Dear students, बेसिक्स ऑफ मैनेजमेंट जो कि 6th ਸਮੈਸਟਰ ਦਾ ਕਾਮਨ ਸਬਜੈਕਟ ਹੈ ਉਸ ਦਾ ਚੈਪਟਰ ਮਿਸਲੇਨੀਅਸ ਕਨਸੈਪਟਸ ਇਹ ਆਪਾਂ ਡਿਸਕਸ ਕਰ ਰਹੇ ਸੀ। ਪਿਛਲੇ ਲੈਕਚਰਸ ਦੇ ਵਿੱਚ ਆਪਾਂ ਕਸਟਮਰ ਰਿਲੇਸ਼ਨ ਮੈਨੇਜਮੈਂਟ ਦੇ ਬਾਰੇ ਦੇ ਵਿੱਚ ਡਿਸਕਸ ਕੀਤਾ ਸੀ। ਅੱਜ ਆਪਾਂ ਟੋਟਲ ਕੁਆਲਿਟੀ ਮੈਨੇਜਮੈਂਟ ਦੇ ਬਾਰੇ ਵਿੱਚ ਡਿਸਕਸ ਕਰਾਂਗੇ। ਟੋਟਲ ਕੁਆਲਿਟੀ ਮੈਨੇਜਮੈਂਟ ਮਤਲਬ ਅਸੀਂ ਇਹ ਜਦੋਂ ਇਸ ਤਰ੍ਹਾਂ ਦਾ ਕੋਈ ਕਨਸੈਪਟ ਹੈ ਤਾਂ ਉਹ ਜੋ ਵੀ ਆਰਗੇਨਾਈਜੇਸ਼ਨ ਇਸ ਕਨਸੈਪਟ ਨੂੰ ਫੋਲੋ ਕਰਦੀ ਹੈ ਤਾਂ ਉਹ ਇਹ ਚਾਹੁੰਦੀ ਹੈ ਕਿ ਹਰ ਤਰ੍ਹਾਂ ਦੀ ਹਰੇਕ ਚੀਜ਼ ਦੇ ਵਿੱਚ ਕੁਆਲਿਟੀ ਹੋਏ ਅਤੇ ਟੋਟਲ ਕੁਆਲਿਟੀ ਨੂੰ ਮੈਨੇਜ ਕਰਨਾ ਟੋਟਲ ਕੁਆਲਿਟੀ ਮੈਨੇਜਮੈਂਟ ਹੁੰਦਾ। ਇਸ ਦੇ 3 ਪਾਰਟਸ ਨੇ: ਇੰਸਪੈਕਸ਼ਨ ਐਂਡ ਕੁਆਲਿਟੀ ਕੰਟਰੋਲ, ਕੰਸੈਪਟ ਆਫ ਕੁਆਲਿਟੀ ਅਸ਼ੋਰੈਂਸ ਅਤੇ ਟੋਟਲ ਕੁਆਲਿਟੀ ਮੈਨੇਜਮੈਂਟ TQM। ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਦੇ ਹਾਂ ਇੰਸਪੈਕਸ਼ਨ। ਇੰਸਪੈਕਸ਼ਨ ਕੀ ਚੀਜ਼ ਹੈ? ਕੰਪੇਅਰਿੰਗ ਦਾ ਕੁਆਲਿਟੀ ਕਰੈਕਟਰਿਸਟਿਕਸ ਆਫ ਪ੍ਰੋਡਕਟ ਵਿਦ ਦਾ ਸਟੈਂਡਰਡਸ। ਕੋਈ ਸਟੈਂਡਰਡ ਸੈੱਟ ਕੀਤੇ ਨੇ ਕਿ ਸਾਨੂੰ ਪ੍ਰੋਡਕਟ ਇਸ ਤਰ੍ਹਾਂ ਦੀ ਚਾਹੀਦੀ ਹੈ। ਹੁਣ ਪ੍ਰੋਡਕਟ ਉਸ ਤਰ੍ਹਾਂ ਦੀ ਬਣ ਰਹੀ ਹੈ ਕਿ ਨਹੀਂ ਬਣ ਰਹੀ, ਉਹਨੂੰ ਕੰਪੇਅਰ ਕਰਨਾ, ਚੈੱਕ ਕਰਨਾ ਇੱਕ ਸਟੈਂਡਰਡ ਦੇ ਨਾਲ ਕੰਪੇਅਰ ਕਰਕੇ ਕਿ ਉਹਦੀ ਕੁਆਲਿਟੀ ਕਰੈਕਟਰਿਸਟਿਕਸ ਜੋ ਅਸੀਂ ਚਾਹੁੰਦੇ ਹਾਂ ਉਹ ਬਣ ਰਹੀ ਕਿ ਨਹੀਂ ਬਣ ਰਹੀ। ਇਟ ਇਜ਼ ਆਲਸੋ ਏ ਮੀਨ ਫॉर ਚੈਕਿੰਗ ਦਾ ਐਕਸੈਪਟੇਬਿਲਿਟੀ ਆਫ ਪ੍ਰੋਡਕਟ, ਵੀ ਜਿਹੜੀ ਸਾਡੀ ਪ੍ਰੋਡਕਟ ਬਣ ਰਹੀ ਹੈ ਉਹ ਐਕਸੈਪਟੇਬਲ ਹੈ। ਆਬਜੈਕਟਿਵਸ ਆਫ ਇੰਸਪੈਕਸ਼ਨ ਦਾ ਜੋ ਮੰਤਵ ਹੈ ਕੀ ਹੁੰਦਾ? ਸੈਪਰੇਟ ਦਾ ਡਿਫੈਕਟਡ ਕੰਪੋਨੈਂਟਸ ਫਰੋਮ ਨੋਨ ਡਿਫੈਕਟਿਵ। ਜਦੋਂ ਕੋਈ ਲੋਟ ਬਣ ਰਿਹਾ ਉਸ ਦੇ ਵਿੱਚ ਕੁਝ ਕੰਪੋਨੈਂਟ ਡਿਫੈਕਟ ਹੋ ਜਾਂਦੇ ਨੇ, ਜਿਨ੍ਹਾਂ 'ਚ ਕੋਈ ਪ੍ਰੋਬਲਮ ਆ ਜਾਂਦੀ ਹੈ ਤਾਂ ਇੰਸਪੈਕਸ਼ਨ ਕਰਕੇ ਉਹ ਸੈਪਰੇਟ ਕੀਤੇ ਜਾਂਦੇ ਨੇ ਕਿ ਜਿਹੜੇ ਸਹੀ ਕੰਪੋਨੈਂਟ ਨੇ ਅਤੇ ਖਰਾਬ ਕੰਪੋਨੈਂਟ ਹੈ ਉਹਨਾਂ ਦੇ ਵਿੱਚੋਂ, ਟੋਟਲਸ ਦੇ ਵਿੱਚੋਂ ਜਿਹੜੇ ਖਰਾਬ ਕੰਪੋਨੈਂਟ ਹੈ ਉਹ ਅਲੱਗ ਕੱਢ ਲਏ ਜਾਂਦੇ ਨੇ। ਫੰਕਸ਼ਨਸ ਆਫ ਇੰਸਪੈਕਸ਼ਨ ਦੇ ਫੰਕਸ਼ਨਸ ਕੀ ਹੈ? ਇਟ ਹੈਲਪਸ ਇਨ ਪ੍ਰੋਵਾਈਡਿੰਗ ਐਕੂਰੇਸੀ, ਸਾਨੂੰ ਐਕੂਰੇਟ ਚੀਜ਼ਾਂ ਬਣਾਉਣ ਦੇ ਲਈ ਹੈਲਪ ਕਰਦੀ ਹੈ। ਪ੍ਰੋਵਾਈਡ ਐਡਵਾਈਸ ਵੈਨ ਪ੍ਰੈਕਟੀਕਲ ਡਿਫੀਕਲਟੀ ਅਰਾਈਜ਼ਿਜ਼, ਜਦੋਂ ਕੋਈ ਪ੍ਰੈਕਟੀਕਲ ਡਿਫੀਕਲਟੀ ਆਉਂਦੀਆਂ ਤਾਂ ਸਾਨੂੰ ਉਹਦੇ ਵਿੱਚ ਕੋਈ ਐਡਵਾਈਸ ਵੀ ਜਿਹੜੀ ਹੈ ਇੰਸਪੈਕਸ਼ਨ ਨਾਲ ਮਿਲਦੀ ਹੈ ਕਿ ਇਸ ਤਰ੍ਹਾਂ ਕੰਮ ਕਰਨਾ ਖਰਾਬ ਹੋ ਰਿਹਾ, ਉਹਨੂੰ ਅਸੀਂ ਦੂਜੇ ਤਰੀਕੇ ਨਾਲ ਕਰੀਏ ਤਾਂ ਠੀਕ ਹੋ ਸਕਦਾ ਹੈ। ਮੇਨਟੇਨਸ ਦਾ ਸਪੈਸੀਫਾਈਡ ਸਟੈਂਡਰਡਸ ਐਂਡ ਕੁਆਲਿਟੀ ਆਫ ਪ੍ਰੋਡਕਟ, ਜੋ ਅਸੀਂ ਸਟੈਂਡਰਡ ਜਾਂ ਜੋ ਵੀ ਅਸੀਂ ਸੈੱਟ ਪ੍ਰੋਸੀਜਰ ਰੱਖਿਆ ਉਸ ਦਾ ਸਟੈਂਡਰਡ ਜਿਹੜੇ ਨੇ ਉਹ ਸਪੈਸੀਫਾਈਡ ਉਹਨੂੰ ਮੇਨਟੇਨ ਰੱਖਦੀ ਹੈ, ਉਹਦੇ ਨਾਲ ਕੁਆਲਿਟੀ ਆਫ ਪ੍ਰੋਡਕਟ ਮੇਨਟੇਨ ਹੁੰਦੀ ਹੈ। ਹੈਲਪਸ ਇਨ ਡਿਟੈਕਸ਼ਨ ਆਫ ਡਿਫੈਕਟਸ, ਜੋ ਕੋਈ ਪ੍ਰੋਡਕਟ ਦੇ ਵਿੱਚ ਡਿਫੈਕਟ ਆ ਰਹੇ ਨੇ ਉਹਨੂੰ ਡਿਟੈਕਟ ਕਰਦੀ ਹੈ। ਰਿਡਿਊਸਿਸ ਸਕ੍ਰੈਪ ਐਂਡ ਡਿਫੈਕਟਿਵ ਵਰਕ, ਜਿਹੜਾ ਕੋਈ ਇਸ ਤਰ੍ਹਾਂ ਫਾਲਤੂ ਸਮਾਨ ਬਣ ਜਾਣਾ ਉਸ ਨੂੰ ਸਕ੍ਰੈਪ ਦੇ ਵਿੱਚ ਵੇਚਣਾ ਪੈਂਦਾ ਹੈ ਜਾਂ ਖ਼ਰਾਬ ਹੋ ਜਾਂਦਾ ਹੈ, ਉਸ ਨੂੰ ਘਟਾਉਂਦੀ ਹੈ। ਸਕ੍ਰੈਪ ਘਟਦਾ ਹੈ, ਡਿਫੈਕਟਿਵ ਵਰਕ ਵੀ ਘਟ ਜਾਂਦਾ ਹੈ ਇੰਸਪੈਕਸ਼ਨ ਦੇ ਨਾਲ। ਮੈਥਡਸ ਆਫ ਇੰਸਪੈਕਸ਼ਨ: 100% ਇੰਸਪੈਕਸ਼ਨ ਅਤੇ ਸੈਂਪਲਿੰਗ ਇੰਸਪੈਕਸ਼ਨ। ਦੋ ਤਰ੍ਹਾਂ ਦੀਆਂ ਇੰਸਪੈਕਸ਼ਨ ਜਿਹੜੀਆਂ ਇਹ ਅਸੀਂ ਆਮ ਤੌਰ 'ਤੇ ਕਰਦੇ ਹਾਂ। 100% ਜਾਂ 100% ਇੰਸਪੈਕਸ਼ਨ ਉੱਥੇ ਕੀਤੀ ਜਾਂਦੀ ਹੈ ਜਿੱਥੇ ਜੋ ਇਹ ਪ੍ਰੋਸੈਸ ਉੱਥੇ ਯੂਜ ਕੀਤੀ ਜਾਂਦੀ ਹੈ ਜਿੱਥੇ ਕਿ ਕੋਈ ਵੀ ਡਿਫੈਕਟ ਨਾ ਐਕਸੈਪਟੇਬਲ ਹੋਵੇ, ਜਿੱਥੇ ਹਿਊਮਨ ਲਾਈਫ ਜਿਹੜੀ ਇਨਵੋਲਵ ਹੁੰਦੀ ਹੈ, ਜਿਵੇਂ ਟਰਾਂਸਪੋਰਟ ਦੇ ਸਾਧਨ ਹੈ, ਐਰੋਪਲੇਨ ਤੋਂ ਲੈ ਕੇ 2 ਵੀਲਰ 4 ਵੀਲਰ ਇਸ ਤਰ੍ਹਾਂ ਦੇ ਸਾਰੇ ਜਿੰਨੇ ਵੀ ਵਿੱਚ ਬੱਸਿਸ ਆ ਗਈਆਂ, ਪੁਆਇੰਟ 'ਤੇ ਇੰਸਪੈਕਸ਼ਨ ਹੋਣੀ ਅਤੀ ਜ਼ਰੂਰੀ ਹੈ। ਉਹਦੇ 'ਚ ਇਹ ਨਹੀਂ ਕਰ ਸਕਦੇ ਕਿ ਸੈਂਪਲ ਚੈੱਕ ਹੋ ਗਿਆ ਅਤੇ ਸਾਰਾ ਲੋਟ ਸਹੀ ਹੋ ਗਿਆ, ਇੱਕ ਵੀ ਡਿਫੈਕਟ ਉਹਦੇ ਵਿੱਚ ਅਸੀਂ ਐਕਸੈਪਟ ਨਹੀਂ ਕਰ ਸਕਦੇ। ਇਹਦਾ ਜੋ ਹੈ ਕੇਅਰਫੁਲ ਇੰਸਪੈਕਸ਼ਨ ਇਨ ਡਿਟੇਲ ਆਫ ਕੁਆਲਿਟੀ ਐਟ ਈਚ ਸਟ੍ਰੈਟਜਿਕ ਪੁਆਇੰਟ, ਹਰ ਪੁਆਇੰਟ 'ਤੇ ਕੇਅਰਫੁਲ ਇੰਸਪੈਕਸ਼ਨ ਹੋਣੀ ਹੈ। ਐਕਸਟ੍ਰੈਕਟਸ ਆਲ ਡਿਫੈਕਟਿਵ ਆਈਟਮ ਫਰੋਮ ਦਾ ਲੋਟ, ਜੇਕਰ ਜਿਵੇਂ ਲੋਟ ਦੇ ਵਿੱਚ ਕੋਈ ਵੀ ਡਿਫੈਕਟਿਵ ਆਈਟਮ ਹੈ ਉਹਨੂੰ ਇਸਨੇ ਬਾਹਰ ਕੱਢਣਾ ਹੈ। This process is employed where process is repeatedly giving defects and functioning of whole assembly depends upon item। ਜਿੱਥੇ ਕਿ ਜਦੋਂ ਕੋਈ ਵਾਰ-ਵਾਰ ਡਿਫੈਕਟ ਆ ਰਿਹਾ ਅਤੇ ਜਿਹੜੀ ਹੋਲ ਅਸੈਂਬਲੀ ਜਿਹੜੀ ਚੱਲ ਰਹੀ ਹੈ, ਜੋ ਪ੍ਰੋਡਕਸ਼ਨ ਚੱਲ ਰਹੀ ਹੈ, ਉਸ ਆਈਟਮ ਦੇ ਉੱਪਰ ਡਿਪੈਂਡ ਕਰ ਰਹੀ ਹੈ ਕਿ ਜਿਹੜਾ ਡਿਫੈਕਟ ਆ ਰਹੇ ਡਿਫੈਕਟ ਨਾ ਆਉਣ ਤਾਂ ਉੱਥੇ ਫਿਰ 100% ਇੰਸਪੈਕਸ਼ਨ ਕਰਨੀ ਜ਼ਰੂਰੀ ਨਾ ਹੋਵੇ। ਜੇ ਮੈਨੂਫੈਕਚਰਰ ਇਹ ਚਾਹੁੰਦਾ ਤਾਂ 100% ਇੰਸਪੈਕਸ਼ਨ ਕਰਨੀ ਪੈਂਦੀ ਹੈ। ਅਤੇ ਜਿਵੇਂ ਆਪਾਂ ਗੱਲ ਕੀਤੀ ਹਿਊਮਨ ਲਾਈਫ ਜਿੱਥੇ ਇਨਵੋਲਵ ਹੈ ਉੱਥੇ ਤਾਂ ਇਹ ਜ਼ਰੂਰ ਹੀ ਕਰਨੀ ਪੈਂਦੀ ਹੈ। ਸੈਂਪਲਿੰਗ ਇੰਸਪੈਕਸ਼ਨ, ਇਹਦੇ ਵਿੱਚ ਸਾਰਾ 100% ਇੰਸਪੈਕਸ਼ਨ ਨਹੀਂ ਕੀਤੀ ਜਾਂਦੀ, ਕੁਝ ਸੈਂਪਲ ਜਿਹੜੇ ਹੈ ਉਹ ਲੈ ਲਏ ਜਾਂਦੇ, ਉਹਨਾਂ ਨੂੰ ਇੰਸਪੈਕਸ਼ਨ ਕਰ ਲਿੱਤੀ ਜਾਂਦੀ ਹੈ।
ਰੈਂਡਮਲੀ ਸਿਲੈਕਟਡ ਸੈਂਪਲਸ ਆਰ ਇੰਸਪੈਕਟਡ, ਜਿਹੜੇ ਰੈਂਡਮਲੀ ਕੋਈ ਵੀ ਪਿਕ ਕਰਕੇ ਸੈਂਪਲ ਉਹਨਾਂ ਦੀ ਇੰਸਪੈਕਸ਼ਨ ਕੀਤੀ ਜਾਂਦੀ ਹੈ। ਸੈਂਪਲਸ ਆਰ ਟੇਕਨ ਫਰੋਮ ਡਿਫਰੈਂਟ ਬੈਚਿਸ ਆਫ ਪ੍ਰੋਡਕਸ਼ਨ, ਹਰ ਬੈਚ ਦੇ ਵਿੱਚੋਂ ਕੁਝ ਸੈਂਪਲ ਲਏ ਜਾਂਦੇ ਨੇ ਜਦੋਂ ਵੀ ਪ੍ਰੋਡਕਸ਼ਨ ਲੋਟ ਨਿਕਲਦਾ ਹੈ। ਹੋਲ ਲੋਟ ਇਜ਼ ਐਕਸੈਪਟਡ ਔਰ ਰਿਜੈਕਟਡ ਔਨ ਦਾ ਬੇਸਿਸ ਆਫ ਰਿਜ਼ਲਟ ਆਫ ਸੈਂਪਲ, ਉਹ ਸੈਂਪਲ ਨੂੰ ਮੰਨ ਲਿਆ ਜਾਂਦਾ, ਜੇ ਸੈਂਪਲ ਪਾਸ ਨੇ ਤਾਂ ਸਾਰਾ ਲੋਟ ਪਾਸ ਹੈ, ਜੇ ਸੈਂਪਲ ਫੇਲ ਹੈ ਤਾਂ ਸਾਰਾ ਲੋਟ ਫੇਲ ਹੈ। ਅਪਲਾਈਡ ਵੇਅਰ ਇੰਸਪੈਕਸ਼ਨ ਕੋਸਟ ਇਜ਼ ਹਾਈ ਔਰ ਡਿਸਟਰੀਬਿਊਟਿਵ ਇਨ ਨੇਚਰ, ਜਿੱਥੇ ਇਕੱਲੀ ਇੰਸਪੈਕਸ਼ਨ ਕਰਨੀ ਹਾਈ ਰੇਟ ਲੱਗਦਾ ਹੈ, ਕੋਸਟ ਹਾਈ ਪੈਂਦੀ ਹੈ, ਤਾਂ ਉੱਥੇ ਸੈਂਪਲਿੰਗ ਇੰਸਪੈਕਸ਼ਨ ਹੈ ਉਹ ਅਸੀਂ ਕਰ ਲੈਂਦੇ ਹਾਂ। ਇੰਸਪੈਕਸ਼ਨ ਪ੍ਰੋਸੀਜਰਸ, ਫਲੋਰ ਇੰਸਪੈਕਸ਼ਨ, ਸੈਂਟਰਲਾਈਜ਼ਡ ਇੰਸਪੈਕਸ਼ਨ, ਕੰਬਾਈਨਡ ਇੰਸਪੈਕਸ਼ਨ, ਤਿੰਨ ਤਰ੍ਹਾਂ ਦੀਆਂ ਇੰਸਪੈਕਸ਼ਨ ਹੁੰਦੀਆਂ, ਜੋ ਕਿ ਫਲੋਰ ਜਿੱਥੇ ਮੈਨੂਫੈਕਚਰਿੰਗ ਹੋ ਰਹੀ ਹੈ ਉਹ ਜਗ੍ਹਾ 'ਤੇ, ਜਾਂ ਕਿਸੇ ਇੱਕ ਸੈਂਟਰਲਾਈਜ਼ਡ ਇੰਸਪੈਕਸ਼ਨ ਕਿਸੇ ਖਾਸ ਜਗ੍ਹਾ 'ਤੇ ਕੀਤੀ ਜਾਵੇ ਉੱਥੇ ਸਮਾਨ ਲਿਜਾ ਕੇ, ਤੀਜਾ ਦੋਨੋਂ ਤਰ੍ਹਾਂ ਦੀ ਇੰਸਪੈਕਸ਼ਨ ਮਿਕਸ ਕਰਕੇ ਕੀਤੀ ਜਾਏ, ਦੈਟ ਇਜ਼ ਕੰਬਾਈਨਡ ਇੰਸਪੈਕਸ਼ਨ। ਸਭ ਤੋਂ ਪਹਿਲਾਂ ਫਲੋਰ ਇੰਸਪੈਕਸ਼ਨ, ਕੁਆਲਿਟੀ ਆਫ ਪ੍ਰੋਡਕਟ ਇਜ਼ ਇੰਸਪੈਕਟਡ ਐਟ ਦੀ ਫਲੋਰ ਔਰ ਪਲੇਸ ਆਫ ਪ੍ਰੋਡਕਸ਼ਨ। ਇਸ ਦੇ ਵਿੱਚ ਵੀ ਦੋ ਤਰ੍ਹਾਂ ਦੀ ਹੁੰਦੀ ਹੈ। ਸਟੇਸ਼ਨਰੀ ਫਲੋਰ ਇੰਸਪੈਕਸ਼ਨ, ਜਿੱਥੇ ਕੰਮ ਹੋ ਰਿਹਾ ਹੈ ਉੱਥੇ ਜਾ ਕੇ ਇੰਸਪੈਕਸ਼ਨ ਇੱਕ ਇੱਕ ਥਾਂ 'ਤੇ ਜਾ ਕੇ ਕੀਤੀ, ਜਾਂ ਪੈਟਰੋਲ ਔਰ ਰੋਮਿੰਗ ਟਾਈਪ ਇੰਸਪੈਕਸ਼ਨ, ਸਾਰਾ ਜਿਹੜਾ ਇੰਸਪੈਕਟਰ ਹੈ ਜਿਸ ਨੇ ਇੰਸਪੈਕਸ਼ਨ ਕਰਨੀ ਹੈ ਉਹ ਘੁੰਮ ਰਿਹਾ ਅਤੇ ਦੇਖ ਰਿਹਾ ਕੰਮ ਚੱਲਦੇ ਨੂੰ ਕਿ ਕਿਵੇਂ ਚੱਲ ਰਿਹਾ, ਦੋਨੋਂ ਤਰ੍ਹਾਂ ਦੀ ਇੰਸਪੈਕਸ਼ਨ ਹੈ, ਉਹਨੂੰ ਅਸੀਂ ਫਲੋਰ ਇੰਸਪੈਕਸ਼ਨ ਕਹਿੰਦੇ ਹਾਂ। ਐਡਵਾਂਟੇਜਸ ਆਫ ਫਲੋਰ ਇੰਸਪੈਕਸ਼ਨ, ਇਟ ਸੇਵਸ ਵੇਟਿੰਗ ਟਾਈਮ ਐਂਡ ਨੋ ਡਿਲੇ ਇਨ ਪ੍ਰੋਡਕਸ਼ਨ, ਵੀ ਇਹ ਨਹੀਂ ਇਹਦੇ 'ਚ ਕੀਤਾ ਜਾਂਦਾ ਕਿ ਸਮਾਨ ਬਣੇਗਾ ਫਿਰ ਉਹਨੂੰ ਭੇਜਾਂਗੇ ਫਿਰ ਉਹ ਵਾਪਸ ਆਏਗਾ ਉਦੋਂ ਤੱਕ ਅਸੀਂ ਵੇਟ ਕਰਾਂਗੇ। ਇੱਥੇ ਜਦੋਂ ਚੱਲ ਰਿਹਾ ਫਲੋਰ 'ਤੇ ਕੰਮ ਚੱਲ ਰਿਹਾ ਉੱਥੇ ਇੰਸਪੈਕਸ਼ਨ ਹੋ ਰਹੀ ਹੈ। ਵਰਕਰ ਵੀ ਜਿਹੜੇ ਕੰਮ ਕਰ ਰਹੇ ਨੇ ਉਹ ਵੀ ਜ਼ਿਆਦਾ ਸਿੱਖਦੇ ਆ ਅਤੇ ਸੈਟਿਸਫਾਈ ਹੁੰਦੇ ਆ ਕਿ ਉਹਨਾਂ ਨੂੰ ਉੱਥੇ ਹੀ ਉਹਨਾਂ ਦੀ ਪ੍ਰੋਬਲਮ ਦੱਸ ਦਿੱਤੀ ਕਿ ਇਹਨੂੰ ਇਸ ਤਰ੍ਹਾਂ ਠੀਕ ਕਰੋ। ਕਰੈਕਟਿਵ ਐਕਸ਼ਨਸ ਆਰ ਟੇਕਨ ਇਮੀਡੀਏਟਲੀ ਜੋ ਵੀ ਕਰੈਕਸ਼ਨ ਕਰਨੀ ਹੈ ਉਹ ਕਰ ਲਈ ਜਾਂਦੀ ਹੈ। ਇੰਸਪੈਕਸ਼ਨ ਆਫ ਹੈਵੀ ਐਂਡ ਲਾਈਟ ਪਾਰਟਸ ਕੈਨ ਬੀ ਡਨ ਈਜ਼ਲੀ, ਹੁਣ ਕਈ ਹੈਵੀ ਪਾਰਟ ਹੈ ਦੂਰ ਲਿਜਾਣੇ ਔਖੇ ਹੁੰਦੇ ਨੇ, ਲਾਈਟ ਪਾਰਟ ਹੈ ਉਹਨਾਂ ਨੂੰ ਵੀ ਕੇਅਰਫੁਲੀ ਚੱਕਣਾ ਹੁੰਦਾ ਹੈ, ਉਹ ਜਦੋਂ ਉੱਥੇ ਹੀ ਮੈਨੂਫੈਕਚਰਿੰਗ ਪਲੇਸ 'ਤੇ ਹੀ ਇੰਸਪੈਕਸ਼ਨ ਹੋ ਜਾਂਦੀ ਹੈ ਤਾਂ ਉਹ ਈਜ਼ੀ ਹੋ ਜਾਂਦੀ ਹੈ। ਨੋ ਡਿਸਟਰਬੈਂਸ ਟੂ ਲੇ ਆਊਟ ਆਫ ਮਸ਼ੀਨ ਜਿਵੇਂ ਖੜੀ ਹੈ ਜਿਵੇਂ ਚੱਲ ਰਹੀ ਹੈ ਉਹਦੀ ਉੱਥੇ ਹੀ ਇੰਸਪੈਕਸ਼ਨ ਹੋ ਜਾਂਦੀ ਹੈ, ਉਹਨੂੰ ਕੋਈ ਡਿਸਟਰਬੈਂਸ ਨਹੀਂ ਹੁੰਦੀ। Disadvantages of floor inspection, due to dirt, dust, noise, poor visibility and noise conditions not good for inspection। ਉੱਥੇ ਕਿਉਂਕਿ ਮਿੱਟੀ ਘੱਟਾ ਰੌਲਾ ਰੱਪਾ ਹਨੇਰਾ ਸ਼ੋਰ ਸ਼ਰਾਬਾ ਇਸ ਤਰ੍ਹਾਂ ਦੀ ਕੰਡੀਸ਼ਨ ਜਿਹੜੀਆਂ ਹੈਗੀਆਂ ਉੱਥੇ ਜਾ ਕੇ ਜਦੋਂ ਇੰਸਪੈਕਸ਼ਨ ਕਰਦੇ ਹਾਂ ਉਹਨੂੰ ਆਪਾਂ ਗੁੱਡ ਕੰਡੀਸ਼ਨ ਨਹੀਂ ਮੰਨਦੇ। ਇੰਸਪੈਕਸ਼ਨ ਡਿਮਾਂਡਿੰਗ ਹਾਈ ਐਕੂਰੇਸੀ ਕੈਨਟ ਬੀ ਡਨ ਔਨ ਫਲੋਰ, ਜਿੱਥੇ ਬਹੁਤ ਜ਼ਿਆਦਾ ਹਾਈ ਐਕੂਰੇਸੀ ਚਾਹੀਦੀ ਹੈ ਉਹ ਸਾਰਾ ਸਮਾਨ ਵਗੈਰਾ ਲਿਆਉਣਾ ਸਾਰੇ ਇੰਸਟਰੂਮੈਂਟ ਲਿਆਉਣੇ ਸੌਖੇ ਨਹੀਂ ਹੁੰਦੇ, ਤਾਂ ਇਸ ਲਈ ਇਹ ਜਿਹੜੀ ਹੈਗੀ ਹੈ ਹਾਈ ਐਕੂਰੇਸੀ ਵਾਲੀ ਇੰਸਪੈਕਸ਼ਨ ਹੈ ਉਹ ਫਲੋਰ 'ਤੇ ਨਹੀਂ ਹੋ ਸਕਦੀ। ਮਸ਼ੀਨ ਓਪਰੇਟਰਸ ਆਰ ਡਿਸਟਰਬਡ, ਜਿਹੜਾ ਮਸ਼ੀਨ ਚੱਲ ਰਹੀਆਂ ਜਦੋਂ ਉੱਥੇ ਆ ਕੇ ਇੰਸਪੈਕਸ਼ਨ ਹੋਣ ਲੱਗ ਜਾਂਦੀ ਹੈ ਤਾਂ ਉਹਨਾਂ ਦਾ ਕੰਮ ਵੀ ਖਰਾਬ ਹੁੰਦਾ ਹੈ, ਰੁਕਦਾ। ਮੇਨਟੇਨੈਂਸ ਆਫ ਰਿਕਾਰਡ ਇਜ਼ ਡਿਫੀਕਲਟ, ਉਸ ਥਾਂ 'ਤੇ ਹਰੇਕ ਚੀਜ਼ ਦਾ ਰਿਕਾਰਡ ਕਰਨਾ ਲਿਖਣਾ ਪੜ੍ਹਨਾ ਕਾਫੀ ਮੁਸ਼ਕਿਲ ਹੁੰਦਾ। ਇਹ ਸਾਰੇ ਇਸ 'ਤੇ ਡਿਸਐਡਵਾਂਟੇਜਸ ਵੀ ਹੈ। ਸੈਂਟਰਲਾਈਜ਼ਡ ਇੰਸਪੈਕਸ਼ਨ, ਇਹ ਇੰਸਪੈਕਸ਼ਨ ਇੱਕ ਅਲੱਗ ਇੰਸਪੈਕਸ਼ਨ ਰੂਮ ਬਣਿਆ ਜਿੱਥੇ ਸਾਰੀਆਂ ਟੈਸਟਿੰਗ ਕਿੱਟ ਹੈ ਸਾਰੇ ਇੰਸਟਰੂਮੈਂਟ ਹੈ, ਉੱਥੇ ਜਾ ਕੇ ਇੰਸਪੈਕਸ਼ਨ ਜਿਹੜੀ ਹੈ ਇਹ ਪਰਫੋਰਮ ਕੀਤੀ ਜਾਂਦੀ ਹੈ। ਜਿਹੜੇ ਪਾਰਟਸ ਦੀ ਇੰਸਪੈਕਸ਼ਨ ਕਰਨੀ ਹੈ, ਪਾਰਟਸ ਟੂ ਬੀ ਇੰਸਪੈਕਟਡ ਆਰ ਟਰਾਂਸਪੋਰਟਡ ਟੂ ਇੰਸਪੈਕਸ਼ਨ ਰੂਮ ਐਂਡ ਦੈਨ ਸੈਂਟ ਬੈਕ ਟੂ ਫਲੋਰ ਅਲੋਂਗ ਵਿਦ ਇੰਸਪੈਕਸ਼ਨ ਰਿਪੋਰਟ। ਜਿਹੜੇ ਪਾਰਟ ਦੀ ਇੰਸਪੈਕਸ਼ਨ ਕਰਨੀ ਹੈ, ਜਿਹੜਾ ਸੈਂਪਲ ਦੀ ਕਰਨੀ ਹੈ ਚਾਹੇ 100% ਦੀ ਕਰਨੀ ਹੈ, ਉਹ ਪ੍ਰੋਡਕਸ਼ਨ ਫਲੋਰ ਤੋਂ ਪਹਿਲਾਂ ਇੰਸਪੈਕਸ਼ਨ ਰੂਮ ਦੇ ਵਿੱਚ ਆਏ, ਫਿਰ ਉਹਨਾਂ ਦੀ ਇੰਸਪੈਕਸ਼ਨ ਹੋਈ ਅਤੇ ਵਾਪਸ ਚਲੇ ਗਏ ਅਲੋਂਗ ਵਿਦ ਇੰਸਪੈਕਸ਼ਨ ਰਿਪੋਰਟ ਵੀ ਜੇ ਠੀਕ ਹੈ ਤਾਂ ਠੀਕ ਹੈ, ਅਦਰਵਾਈਜ਼ ਜੇ ਕੋਈ ਪ੍ਰੋਬਲਮ ਹੈ ਤਾਂ ਇਹਨੂੰ ਇਸ ਤਰ੍ਹਾਂ ਅੱਗੇ ਠੀਕ ਕੀਤਾ ਜਾਵੇ। ਗੁੱਡ ਕੰਡੀਸ਼ਨਸ ਲਾਈਕ ਫ੍ਰੀ ਫਰੋਮ ਡਰਟ, ਡਸਟ, ਨੋਇਸ ਐਂਡ ਹਿਊਮਿਡਿਟੀ ਆਰ ਮੇਨਟੇਨਡ ਇਨ ਇੰਸਪੈਕਸ਼ਨ ਰੂਮ। ਇੱਥੇ ਕੋਈ ਮਿੱਟੀ ਘੱਟਾ ਰੌਲਾ ਰੱਪਾ ਸ਼ੋਰ ਸ਼ਰਾਬਾ ਉਹ ਚੀਜ਼ਾਂ ਇੱਥੇ ਨਹੀਂ ਹੁੰਦੀਆਂ ਅਤੇ ਗੁੱਡ ਕੰਡੀਸ਼ਨਸ ਹੁੰਦੀਆਂ ਇੰਸਪੈਕਸ਼ਨ ਕਰਨ ਦੇ ਲਈ। Advantages of centralized inspection, large number of parts are inspected easily and economically, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਬੜੇ ਆਰਾਮ ਨਾਲ ਅਤੇ ਬੜੇ ਸਸਤੇ ਤਰੀਕੇ ਨਾਲ ਜਿਹੜੇ ਹੈ ਜ਼ਿਆਦਾ ਪਾਰਟ ਹੈ ਇੰਸਪੈਕਟ ਹੋ ਜਾਂਦੇ ਹੈ। ਇੰਸਪੈਕਸ਼ਨ ਇਜ਼ ਮੋਰ ਐਕੂਰੇਟ ਐਂਡ ਪ੍ਰਸਾਈਜ਼,
ਸਾਰੀ ਤਰ੍ਹਾਂ ਦੇ ਇੰਸਟਰੂਮੈਂਟ ਉਪਲਬਧ ਨੇ ਤਾਂ ਇੰਸਪੈਕਸ਼ਨ ਜਿਹੜੀ ਐਕੂਰੇਸੀ ਨਾਲ ਤੇ ਪ੍ਰਸੀਜਨ ਨਾਲ ਹੁੰਦੀ ਹੈ। ਨੋ ਡਿਸਟਰਬੈਂਸ ਟੂ ਮਸ਼ੀਨ ਆਪਰੇਟਰ ਦਾ ਕੰਮ ਨਹੀਂ ਰੁਕਦਾ, ਉਹ ਆਰਾਮ ਨਾਲ ਬੜੇ ਈਜ਼ੀਲੀ ਉੱਥੇ ਮੇਨਟੇਨ ਕੀਤਾ ਜਾ ਸਕਦਾ। Disadvantages of centralized inspection. Production remained affected till the inspection report is received। ਜਦੋਂ ਜਿਹੜਾ ਸਮਾਨ ਗਿਆ, ਜਦੋਂ ਤੱਕ ਉਹਦੀ ਇੰਸਪੈਕਸ਼ਨ ਰਿਪੋਰਟ ਨਹੀਂ ਆ ਜਾਂਦੀ, ਉਨੀ ਦੇਰ ਤੱਕ ਜੋ ਹੈ ਪ੍ਰੋਡਕਸ਼ਨ ਹੈ ਉਹ ਬੰਦ ਰਹਿੰਦੀ ਹੈ। ਉੱਥੇ ਜੋ ਮਸ਼ੀਨਸ ਹੈ ਉਹ ਖਾਲੀ ਰਹਿੰਦੀਆਂ, ਜਦੋਂ ਕਿ ਫਲੋਰ ਇੰਸਪੈਕਸ਼ਨ ਦੇ ਟਾਈਮ ਉੱਥੇ ਹੀ ਮਸ਼ੀਨ ਜਿਹੜੀਆਂ ਆਲਰੇਡੀ ਚੱਲਦੀਆਂ ਰਹਿੰਦੀਆਂ। ਡਿਫੈਕਟਸ ਡਿਊ ਟੂ ਮਸ਼ੀਨ ਸੈਟਅਪ ਆਣੇ ਹੈ, ਉਸ ਦੇ ਹੈਵੀ ਪਾਰਟਸ ਨੂੰ ਟਰਾਂਸਪੋਰਟੇਸ਼ਨ ਪਹਿਲਾਂ ਲਿਆਉਣਾ ਫਿਰ ਲਿਜਾਣਾ ਉਹ ਡਿਫੀਕਲਟ ਹੁੰਦਾ। ਕੰਬਾਈਨਡ ਇੰਸਪੈਕਸ਼ਨ ਇੱਕ ਕੰਬੀਨੇਸ਼ਨ ਹੈ ਫਲੋਰ ਇੰਸਪੈਕਸ਼ਨ ਦਾ ਅਤੇ ਸੈਂਟਰਲ ਇੰਸਪੈਕਸ਼ਨ ਦਾ। ਲੋਕੇਸ਼ਨ ਐਂਡ ਪ੍ਰੀਵੈਂਸ਼ਨ ਆਫ ਡਿਫੈਕਟ, ਇੱਥੇ ਜੋ ਹੈ ਉੱਥੇ ਵੀ ਫਲੋਰ 'ਤੇ ਵੀ ਕੀਤੀ ਜਾ ਸਕਦੀ ਹੈ ਇੰਸਪੈਕਸ਼ਨ, ਅਤੇ ਜੋ ਹੈ ਵੱਖਰੇ ਰੂਮ ਦੇ ਵਿੱਚ ਜੋ ਜਿੱਥੇ ਜਿਹੜੀ ਚੀਜ਼ ਵਧੀਆ ਹੋ ਸਕਦੀ ਹੈ ਉੱਥੇ ਕੀਤੀ ਜਾ ਸਕਦੀ ਹੈ। ਜੋ ਰੂਮ 'ਚ ਵਧੀਆ ਕਰਨੀ ਇੱਥੇ ਕੀਤੀ ਜਾ ਸਕਦੀ ਹੈ। ਅਵਾਇਡ ਰੈਪੀਟੇਸ਼ਨ ਆਫ ਡਿਫੈਕਟ, ਇਹਦੇ ਨਾਲ ਜੋ ਡਿਫੈਕਟ ਹੈ ਉਸ ਰਿਪੀਟ ਨਹੀਂ ਹੁੰਦਾ। ਮੇਨਟੇਨੈਂਸ ਆਫ ਕੁਆਲਿਟੀ ਇਕਨੋਮਿਕਲੀ, ਜੋ ਕੁਆਲਿਟੀ ਦੀ ਮੇਨਟੇਨੈਂਸ ਹੈ ਇਕਨੋਮਿਕਲੀ ਅਚੀਵ ਹੁੰਦੀ ਹੈ ਕੰਬਾਈਨ ਇੰਸਪੈਕਸ਼ਨ ਦੇ ਨਾਲ। ਸਟੇਜਿਸ ਆਫ ਇੰਸਪੈਕਸ਼ਨ ਕਿਹੜੀ ਕਿਹੜੀ ਸਟੇਜ 'ਤੇ ਕਰਨੀ ਜ਼ਰੂਰੀ ਹੁੰਦੀ ਹੈ। ਜਦੋਂ ਰਾ ਮਟੀਰੀਅਲ ਆ ਰਿਹਾ, ਰਾ ਮਟੀਰੀਅਲ ਆ ਗਿਆ, ਉਸ ਦੀ ਇੰਸਪੈਕਸ਼ਨ ਕੀਤੀ ਜਾਂਦੀ ਹੈ। ਪ੍ਰੋਡਕਸ਼ਨ ਪ੍ਰੋਸੈਸ ਦੀ ਇੰਸਪੈਕਸ਼ਨ ਕੀਤੀ ਜਾਂਦੀ ਹੈ ਅਤੇ ਫਾਈਨਲ ਮੈਨੂਫੈਕਚਰ ਪ੍ਰੋਸੈਸ ਦੀ ਇੰਸਪੈਕਸ਼ਨ ਕੀਤੀ ਜਾਂਦੀ ਹੈ। 3 ਸਟੇਜਿਸ 'ਤੇ ਜਦੋਂ ਇੰਸਪੈਕਸ਼ਨ ਹੋ ਜਾਂਦੀ ਹੈ ਤਾਂ ਕੁਆਲਿਟੀ ਜੋ ਹੈ ਪ੍ਰੋਡਕਟ ਦੀ ਆਟੋਮੈਟਿਕਲੀ ਵਧੀਆ ਹੋ ਜਾਂਦੀ ਹੈ। ਇਸ ਦਾ ਅਗਲਾ ਪਾਰਟ ਹੈ ਕੁਆਲਿਟੀ ਕੰਟਰੋਲ, ਕਿ ਕੁਆਲਿਟੀ ਨੂੰ ਕਿਸ ਤਰ੍ਹਾਂ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਦੀਆਂ ਡੈਫੀਨੇਸ਼ਨਸ ਅਲੱਗ-ਅਲੱਗ ਜੋ ਨੇ ਹੈ ਇੱਕੋ ਹੀ ਤਰ੍ਹਾਂ ਦੀਆਂ, ਆਪਾਂ ਇਹਨਾਂ ਨੂੰ ਸਾਰਿਆਂ ਨੂੰ ਪੜ੍ਹ ਲੈਂਦੇ ਹਾਂ। ਟੈਕਨੀਕਸ ਆਫ ਮੈਨੇਜਮੈਂਟ ਟੂ ਅਚੀਵ ਰਿਕੁਆਇਰਡ ਸਟੈਂਡਰਡ ਆਫ ਪ੍ਰੋਡਕਟ, ਜੋ ਸਾਨੂੰ ਪ੍ਰੋਡਕਟ ਦਾ ਸਟੈਂਡਰਡ ਚਾਹੀਦਾ ਹੈ ਉਹਨੂੰ ਅਚੀਵ ਕਰਨ ਦੇ ਲਈ ਜੋ ਟੈਕਨੀਕ ਯੂਜ ਕਰਦੇ ਹਾਂ, ਉਹ ਜੋ ਮੈਨੇਜਮੈਂਟ ਦੀਆਂ ਟੈਕਨੀਕ ਯੂਜ ਹੁੰਦੀਆਂ, ਦੇ ਆਰ ਨੋਨ ਐਜ਼ ਕੁਆਲਿਟੀ ਕੰਟਰੋਲ। ਮੈਕੈਨਿਜ਼ਮ ਜਿਹੜਾ ਔਰਗੇਨਾਈਜੇਸ਼ਨ ਜਿਹੜਾ ਕੰਮ ਕਰਦੀ ਹੈ ਕਿ ਮੋਸਟ ਇਕਨੋਮਿਕਲ ਸਸਤੇ ਤਰੀਕੇ ਦੇ ਵਿੱਚ ਕੁਆਲਿਟੀ ਵਧੀਆ ਮਿਲੇ, ਦੈਟ ਇਜ਼ ਨੋਨ ਐਜ਼ ਕੁਆਲਿਟੀ ਕੰਟਰੋਲ। ਵੇਰੀਅਸ ਸਟੈਪਸ ਇਨ ਕੁਆਲਿਟੀ ਕੰਟਰੋਲ, ਕਿਹੜੇ ਕਿਹੜੇ ਸਟੈਪ ਅਸੀਂ ਯੂਜ ਕਰਦੇ ਹਾਂ। ਸੈੱਟ ਕੁਆਲਿਟੀ ਸਟੈਂਡਰਡ ਫॉर ਰਾ ਮਟੀਰੀਅਲ, ਮੈਨੂਫੈਕਚਰਿੰਗ ਪ੍ਰੋਸੈਸ ਐਂਡ ਫਿਨਿਸ਼ਡ ਪ੍ਰੋਡਕਟਸ ਔਨ ਦਾ ਬੇਸਿਸ ਆਫ ਨੀਡ, ਕੋਸਟ ਐਂਡ ਪ੍ਰੋਫਿਟ। ਕਸਟਮਰ ਦੀਆਂ ਕੀ ਨੀਡ ਨੇ, ਕਿਸ ਕੋਸਟ 'ਤੇ ਅਸੀਂ ਉਸ ਨੂੰ ਵੇਚ ਸਕਦੇ ਹਾਂ, ਸਾਨੂੰ ਕਿੰਨਾ ਪ੍ਰੋਫਿਟ ਚਾਹੀਦਾ, ਸਾਨੂੰ ਕਿੰਨੀ ਕੋਸਟ ਪੈਂਦੀ ਹੈ, ਵਿਕ ਕਿਸ ਕੋਸਟ 'ਤੇ ਸਕਦੀ ਹੈ, ਉਹਦੇ ਮੁਤਾਬਕ ਜੋ ਹੈ ਕੁਆਲਿਟੀ ਸਟੈਂਡਰਡ ਜਿਹੜੇ ਹੈ ਸੈੱਟ ਪਹਿਲਾਂ ਕਰਨੇ ਪੈਂਦੇ ਹੈ। ਰਾ ਮਟੀਰੀਅਲ ਜੋ ਆ ਰਿਹਾ ਉਹਦੇ ਲਈ, ਮੈਨੂਫੈਕਚਰਿੰਗ ਪ੍ਰੋਸੈਸ ਕਿਸ ਤਰ੍ਹਾਂ ਬਣ ਰਿਹਾ ਉਹਦੇ ਲਈ, ਅਤੇ ਜੋ ਪ੍ਰੋਡਕਟ ਬਣੇ ਆ ਸਭ ਦੇ ਕੁਆਲਿਟੀ ਸਟੈਂਡਰਡ ਸੈੱਟ ਕਰਦੇ ਹਾਂ। ਇਹ ਸਟੈਪ ਹੈ, ਪਹਿਲਾ ਸਟੈਪ ਹੈ ਕੁਆਲਿਟੀ ਕੰਟਰੋਲ ਦਾ। ਦੈਨ ਸੈੱਟ ਇੰਸਪੈਕਸ਼ਨ ਪਲਾਨ ਫॉर ਅਬਵ, ਇਹਨਾਂ ਤਿੰਨਾਂ ਚੀਜ਼ਾਂ ਦੇ ਲਈ ਇੰਸਪੈਕਸ਼ਨ ਪਲਾਨ ਜਿਹੜਾ ਉਹ ਸੈੱਟ ਕਰਨਾ। ਡਿਟੈਕਟ ਡੇਵੀਏਸ਼ਨਸ ਫਰੋਮ ਸੈੱਟ ਸਟੈਂਡਰਡ, ਜਿਹੜੇ ਸਟੈਂਡਰਡ ਤੋਂ ਕੋਈ ਕਮੀ ਪੇਸ਼ੀ ਹੈ, ਜੋ ਉਸ ਤੋਂ ਡੈਵੀਏਸ਼ਨ ਹੋ ਰਹੀ ਹੈ, ਉਹਨੂੰ ਲੱਭਣਾ। ਟੇਕ ਕਰੈਕਟਿਵ ਐਕਸ਼ਨਸ ਟੂ ਅਚੀਵ ਸਟੈਂਡਰਡਸ, ਜਿਹੜੇ ਸਟੈਂਡਰਡਸ ਨੂੰ ਅਚੀਵ ਕਰਨ ਦੇ ਲਈ ਉਹਨਾਂ ਦੇ ਕਰੈਕਟਿਵ ਐਕਸ਼ਨ ਹੈ ਉਹ ਲੈਣੇ। ਡਿਵੈਲਪ ਕੁਆਲਿਟੀ ਕੌਨਸ਼ੀਅਸਨੈਸ ਇਨ ਔਰਗੇਨਾਈਜੇਸ਼ਨ, ਕਿਸੇ ਵੀ ਔਰਗੇਨਾਈਜੇਸ਼ਨ ਦੇ ਲਈ ਜੋ ਕੁਆਲਿਟੀ ਕੌਨਸ਼ੀਅਸਨੈਸ ਹੈ ਉਹ ਹੋਣੀ ਬਹੁਤ ਜ਼ਰੂਰੀ ਹੈ ਸਾਰੇ ਵਰਕਰਸ ਦੇ ਵਿੱਚ, ਸਾਰੇ ਮੈਨੇਜਰ ਦੇ ਵਿੱਚ, ਹਰ ਤਰ੍ਹਾਂ ਦੇ ਇੰਪਲਾਈਜ਼ ਦੇ ਵਿੱਚ। ਜੇਕਰ ਔਰਗੇਨਾਈਜੇਸ਼ਨ ਦੇ ਵਿੱਚ ਕੁਆਲਿਟੀ ਕੌਨਸ਼ੀਅਸਨੈਸ ਹੈ ਤਾਂ ਉਹ ਕੁਆਲਿਟੀ ਕੰਟਰੋਲ ਲਈ ਬਹੁਤ ਮਦਦਗਾਰ ਸਾਬਤ ਹੁੰਦੀ ਹੈ। ਫੰਕਸ਼ਨਸ ਆਫ ਕੁਆਲਿਟੀ ਕੰਟਰੋਲ, ਕੁਆਲਿਟੀ ਕੰਟਰੋਲ ਦੇ ਕੀ ਫੰਕਸ਼ਨਸ ਹੈ। ਮੇਕਿੰਗ ਆਫ ਕੁਆਲਿਟੀ ਪ੍ਰੋਡਕਟ ਐਂਡ ਇਨਕਰੀਜ਼ ਪ੍ਰੋਫਿਟ, ਕੁਆਲਿਟੀ ਪ੍ਰੋਡਕਟ ਬਣਾਉਣਾ, ਜ਼ਿਆਦਾ ਵਿਕੇਗੀ, ਜ਼ਿਆਦਾ ਵਧੀਆ ਹੋਏਗੀ ਅਤੇ ਜ਼ਿਆਦਾ ਪ੍ਰੋਫਿਟ ਮਿਲੇਗਾ। ਲੈਸ ਰਿਜੈਕਸ਼ਨ ਐਂਡ ਹੈਂਸ ਰਿਡਿਊਸਡ ਲੋਸਿਸ, ਰਿਜੈਕਟ ਘੱਟ ਹੋਏਗੀ ਅਤੇ ਲੋਸਿਸ ਘਟਣਗੇ। ਪ੍ਰੋਡਿਊਸ ਪ੍ਰੋਡਕਟਸ ਆਫ ਯੂਨੀਫਾਰਮ ਐਂਡ ਸਟੈਂਡਰਡ ਕੁਆਲਿਟੀ, ਜੋ ਪ੍ਰੋਡਕਟ ਬਣ ਰਹੀਆਂ ਉਹ ਸਭ ਦੀ ਕੁਆਲਿਟੀ ਸਟੈਂਡਰਡ ਇੱਕੋ ਹੋਏਗੀ। ਪ੍ਰੋਡਿਊਸ ਦਾ ਕੁਆਲਿਟੀ ਕੰਟਰੋਲ ਦਾ ਇੱਕ ਫੰਕਸ਼ਨ ਹੈ। ਐਨਹਾਂਸ ਕਸਟਮਰ ਸੈਟਿਸਫੈਕਸ਼ਨ, ਕਸਟਮਰ ਦੀ ਜੋ ਸੈਟਿਸਫੈਕਸ਼ਨ ਹੈ ਉਹ ਵੱਧ ਤੋਂ ਵੱਧ ਹੋਵੇ, ਇਹ ਵੀ ਇੱਕ ਕੁਆਲਿਟੀ ਕੰਟਰੋਲ ਦਾ ਖਾਸ ਫੰਕਸ਼ਨ ਹੈ। ਨੀਡ ਐਂਡ ਬੈਨੀਫਿਟਸ ਆਫ ਕੁਆਲਿਟੀ ਕੰਟਰੋਲ, ਦੇ ਕੀ ਜ਼ਰੂਰਤਾਂ ਕੀ ਨੇ ਅਤੇ ਫਾਇਦੇ ਕੀ ਨੇ ਕੁਆਲਿਟੀ ਕੰਟਰੋਲ ਦੇ। ਇਟ ਰੈਗੂਲੇਟ ਐਂਡ ਕ੍ਰੀਏਟ ਕੰਸਿਸਟੈਂਸੀ ਇਨ ਪ੍ਰੋਡਕਟ ਸਰਵਿਸਿਜ਼, ਜੋ ਵੀ ਸਾਡਾ ਸਰਵਿਸਿਜ਼ ਜਾਂ ਅਸੀਂ ਦੇ ਰਹੇ ਹਾਂ ਜਾਂ ਪ੍ਰੋਡਕਟ ਬਣਾ ਰਹੇ ਹਾਂ ਉਸ ਦੇ ਵਿੱਚ
ਕੰਸਿਸਟੈਂਸੀ ਨੂੰ ਰੈਗੂਲੇਟ ਕਰਦੀ ਹੈ ਤੇ ਕ੍ਰੀਏਟ ਵੀ ਕਰਦੀ ਹੈ ਕਿ ਸਾਰੀਆਂ ਇੱਕੋ ਤਰ੍ਹਾਂ ਦੀਆਂ ਕੰਸਿਸਟੈਂਟ ਬਣ ਰਹੀਆਂ। ਅਟਰੈਕਟਸ ਮੋਰ ਕਸਟਮਰ ਸਪੈਸੀਫਿਕੇਸ਼ਨ ਹੋਣਗੀਆਂ ਤਾਂ ਆਪਣੇ ਆਪ ਹੀ ਜੋ ਹੈ ਕੰਪਨੀ ਦੀ ਗੁੱਡਵਿਲ ਹੈ ਉਹ ਵਧੇਗੀ। ਅੱਜ ਦਾ ਇਹ ਲੈਕਚਰ ਆਪਾਂ ਇੱਥੇ ਖ਼ਤਮ ਕਰਦੇ ਹਾਂ। ਅਗਲੇ ਲੈਕਚਰ ਦੇ ਵਿੱਚ ਆਪਾਂ ਇਸੇ ਚੈਪਟਰ ਦਾ ਜੋ ਟੋਟਲ ਕੁਆਲਿਟੀ ਮੈਨੇਜਮੈਂਟ ਜੋ ਟੌਪਿਕ ਹੈ, ਇਸ ਦੇ ਅਗਲੇ ਸਬ ਟੌਪਿਕ ਕੰਸੈਪਟ ਆਫ ਕੁਆਲਿਟੀ ਅਸ਼ੋਰੈਂਸ ਐਂਡ TQM ਉਹਦੇ ਬਾਰੇ ਡਿਸਕਸ ਕਰਾਂਗੇ। ਥੈਂਕ ਯੂ ਵੈਰੀ ਮਚ।